ਸ੍ਰੀ ਅਕਾਲ। ਮੈਂ ਸੁਸ਼ੀਲ ਤੁਹਾਡਾ ਚੌਧਰੀ ਅਕੈਡਮੀ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹਨ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅੱਜ ਦਾ ਪਹਿਲਾ ਕੁਐਸਚਨ ਹੈ, ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ ਸੀ। 25 ਅਕਤੂਬਰ 1948, 25 ਅਕਤੂਬਰ 1949, 26 ਨਵੰਬਰ 1948, 26 ਨਵੰਬਰ 1949। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 26 ਨਵੰਬਰ 1949। ਭਾਰਤ ਦਾ ਸੰਵਿਧਾਨ ਕਦੋਂ ਤੋਂ ਲਾਗੂ ਹੋਇਆ? 15 ਜਨਵਰੀ 1950, 26 ਜਨਵਰੀ 1950, 15 ਅਗਸਤ 1950, 15 ਜਨਵਰੀ 1950। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 26 ਜਨਵਰੀ 1950। ਸੁਪਰੀਮ ਕੋਰਟ ਦੀ ਸਥਾਪਨਾ ਕਲਕੱਤਾ ਦਾ ਹਿੱਸਾ ਸੀ। 1773 ਦਾ ਰੈਗੂਲੇਟਿੰਗ ਐਕਟ, ਪਿਟਸ ਇੰਡੀਆ ਐਕਟ 1784, 1793 ਦਾ ਚਾਰਟਰ ਐਕਟ, 1893 ਦਾ ਚਾਰਟਰ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਪਿਟਸ ਇੰਡੀਆ ਐਕਟ 1784। ਕਿਹੜਾ ਐਕਟ ਅਦਾਲਤਾਂ ਨਿਯਮਾਂ ਦੀ ਵਿਆਖਿਆ ਕਰ ਸਕਦੀਆਂ ਹਨ ਨਾਲ ਜੁੜਿਆ ਹੋਇਆ ਹੈ? 1773 ਦਾ ਰੈਗੂਲੇਟਿੰਗ ਐਕਟ, ਪਿਟਸ ਇੰਡੀਆ ਐਕਟ 1784, 1793 ਦਾ ਚਾਰਟਰ ਐਕਟ, 1893 ਦਾ ਚਾਰਟਰ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 1793 ਦਾ ਚਾਰਟਰ ਐਕਟ। ਏਸ਼ੀਆਈ ਮਸ਼ੀਨਰੀਆਂ ਨੂੰ ਐਕਟ ਦੇ ਤਹਿਤ ਭਾਰਤ ਵਿੱਚ ਆਪਣਾ ਧਰਮ ਫੈਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਪਿਟਸ ਇੰਡੀਆ ਐਕਟ 1784, 1813 ਦਾ ਚਾਰਟਰ ਐਕਟ, 1833 ਦਾ ਚਾਰਟਰ ਐਕਟ, 1853 ਦਾ ਚਾਰਟਰ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 1813 ਦਾ ਚਾਰਟਰ ਐਕਟ। ਐਕਟ ਤਹਿਤ ਬੰਗਾਲ ਲਈ ਵੱਖਰਾ ਰਾਜਪਾਲ ਨਿਯੁਕਤ ਕੀਤਾ ਜਾਵੇਗਾ। ਪਿਟਸ ਇੰਡੀਆ ਐਕਟ 1784, 1793 ਦਾ ਚਾਰਟਰ ਐਕਟ, 1733 ਦਾ ਚਾਰਟਰ ਐਕਟ, 1753 ਦਾ ਚਾਰਟਰ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 1753 ਦਾ ਚਾਰਟਰ ਐਕਟ। ਬ੍ਰਿਟਿਸ਼ ਸਰਕਾਰ ਦੇ ਸਿੱਧੇ ਸ਼ਾਸਨ ਅਧੀਨ ਭਾਰਤ ਦੇ ਸ਼ਾਸਨ ਲਈ ਪਹਿਲਾ ਕਾਨੂੰਨ ਸੀ। ਭਾਰਤ ਸਰਕਾਰ ਐਕਟ 1858, ਭਾਰਤ ਸਰਕਾਰ ਐਕਟ 1861, ਭਾਰਤ ਸਰਕਾਰ ਐਕਟ 1892, ਭਾਰਤ ਸਰਕਾਰ ਐਕਟ 1915। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਭਾਰਤ ਸਰਕਾਰ ਐਕਟ 1858। ਕਿਸ ਐਕਟ ਨੇ ਗਵਰਨਰ ਜਨਰਲ ਨੂੰ ਭਾਰਤੀ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੀ ਵਿਸਤ੍ਰਿਤ ਕੌਂਸਲ ਵਿੱਚ ਨਾਮਜ਼ਦ ਕਰਕੇ ਕਾਨੂੰਨ ਬਣਾਉਣ ਦੇ ਕੰਮ ਨਾਲ ਜੋੜਨ ਦੇ ਯੋਗ ਬਣਾਇਆ? ਭਾਰਤ ਸਰਕਾਰ ਐਕਟ 1858, ਗਵਰਨਮੈਂਟ ਐਕਟ ਆਫ ਇੰਡੀਆ ਐਕਟ 1861,
ਭਾਰਤ ਸਰਕਾਰ ਐਕਟ 1892, ਭਾਰਤ ਸਰਕਾਰ ਐਕਟ 1915। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਗਵਰਨਮੈਂਟ ਐਕਟ ਆਫ ਇੰਡੀਆ ਐਕਟ 1861। ਕਿਸ ਐਕਟ ਅਧੀਨ ਕੌਂਸਲਾਂ ਕੋਲ ਬਜਟ 'ਤੇ ਚਰਚਾ ਕਰਨ ਅਤੇ ਕਾਰਜਕਰਨੀ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਸ਼ਕਤੀ ਸੀ? ਭਾਰਤ ਸਰਕਾਰ ਐਕਟ 1858, ਭਾਰਤ ਸਰਕਾਰ ਐਕਟ 1861, ਭਾਰਤ ਸਰਕਾਰ ਐਕਟ 1892, ਭਾਰਤ ਸਰਕਾਰ ਐਕਟ 1915। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਭਾਰਤ ਸਰਕਾਰ ਐਕਟ 1892। ਭਾਰਤ ਸਰਕਾਰ ਦੇ ਪਿਛਲੇ ਐਕਟਾਂ ਦੇ ਉਪਬੰਧਾਂ ਨੂੰ ਇਕਸਾਰ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ ਸੀ? ਭਾਰਤ ਸਰਕਾਰ ਐਕਟ 1858, ਭਾਰਤ ਸਰਕਾਰ ਐਕਟ 1861, ਭਾਰਤ ਸਰਕਾਰ ਐਕਟ 1892, ਭਾਰਤ ਸਰਕਾਰ ਐਕਟ 1915। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਭਾਰਤ ਸਰਕਾਰ ਐਕਟ 1915। ਮੌਲਿਕ ਅਧਿਕਾਰਾਂ ਵਿੱਚ ਸ਼ੋਧ ਕਰਨ ਲਈ ਭਾਰਤੀ ਸੰਸਦ ਦੀਆਂ ਸ਼ਕਤੀਆਂ ਦੀ ਸਥਾਪਨਾ ਦੁਆਰਾ ਕੀਤੀ ਗਈ ਸੀ? 21ਵੀਂ ਸ਼ੋਧ, 25ਵੀਂ ਸ਼ੋਧ, 90ਵੀਂ ਸ਼ੋਧ, 42ਵੀਂ ਸ਼ੋਧ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 25ਵੀਂ ਸ਼ੋਧ। ਪਹਿਲੀ ਸੰਵਿਧਾਨਿਕ ਸ਼ੋਧ ਸਾਲ ਵਿੱਚ ਕੀਤੀ ਗਈ ਸੀ? 1950, 1951, 1952, 1955। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 1951। ਫੋਟੋ ਵਾਲੀ ਚੋਣ ਸੂਚੀ ਤਾਮਿਲਨਾਡੂ ਵਿੱਚ ਸਾਲ ਦੇ ਦੌਰਾਨ ਪੇਸ਼ ਕੀਤੀ ਗਈ ਹੈ? 2004, 2006, 2005, 2000। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 2006। ਸੂਚਨਾ ਦੇ ਅਧਿਕਾਰ ਦੀ ਗਾਰੰਟੀ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਕਿਹੜਾ ਹੈ? ਅਮਰੀਕਾ, ਫਰਾਂਸ, ਇੰਗਲੈਂਡ, ਸਵੀਡਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸਵੀਡਨ। ਮੌਜੂਦਾ ਸਮੇਂ ਵਿੱਚ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਕੌਣ ਹੈ? ਰੰਗਰਾਜਨ, ਬਿਮਲ ਜਲਾਲ, ਵਾਈ ਰੇਡੀ, ਸ਼ਕਤੀਕਾਂਤ ਦਾਸ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸ਼ਕਤੀਕਾਂਤ ਦਾਸ। ਕੇਂਦਰ ਰਾਜ ਸੰਬੰਧਾਂ ਦੀ ਜਾਂਚ ਦੁਆਰਾ ਕਰਵਾਈ ਜਾਂਦੀ ਹੈ? ਸਥਾਨਮ ਕਮੇਟੀ, ਸਰਕਾਰੀਆ ਕਮੇਟੀ, ਅਸ਼ੋਕ ਮਹਿਤਾ ਕਮੇਟੀ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਰਕਾਰੀਆ ਕਮੇਟੀ। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 6 ਦਸੰਬਰ 1946, 26 ਨਵੰਬਰ 1949, 26 ਦਸੰਬਰ 1949, 10 ਜੂਨ 1946। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, 6 ਦਸੰਬਰ 1946। ਭਾਰਤੀ ਸੰਵਿਧਾਨ ਇੱਕ ਸੰਖੇਪ ਸੰਵਿਧਾਨ, ਬਹੁਤ ਸੰਖੇਪ ਸੰਵਿਧਾਨ, ਮੱਧਮ ਸੰਵਿਧਾਨ, ਸਭ ਤੋਂ ਵੱਡਾ ਸੰਵਿਧਾਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸਭ ਤੋਂ ਵੱਡਾ ਸੰਵਿਧਾਨ। ਭਾਰਤ ਦਾ ਸੰਵਿਧਾਨ ਹੈ ਲਚਕਦਾਰ, ਕਠੋਰ,
ਆਸ਼ਕ ਤੌਰ 'ਤੇ ਸਖਤ ਅਤੇ ਆਸ਼ਕ ਤੌਰ 'ਤੇ ਲਚਕਦਾਰ, ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਆਸ਼ਕ ਤੌਰ 'ਤੇ ਸਖਤ ਅਤੇ ਆਕਸ ਤੌਰ 'ਤੇ ਲਚਕਦਾਰ। ਭਾਰਤੀ ਸੰਵਿਧਾਨ ਵਿੱਚ ਸਮਕਾਲੀ ਸੂਚੀ ਵਿੱਚ ਕਿੰਨੀਆਂ ਚੀਜ਼ਾਂ ਸ਼ਾਮਿਲ ਹਨ? 47 ਆਈਟਮਾਂ, 66 ਆਈਟਮਾਂ, 96 ਆਈਟਮਾਂ, 99 ਆਈਟਮਾਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ 47 ਆਈਟਮਾਂ। ਕੁਦਰਤੀ ਅਧਿਕਾਰਾਂ ਦਾ ਸਿਧਾਂਤ ਇਹ ਮੰਨਦਾ ਹੈ ਕਿ ਅਧਿਕਾਰ ਰੱਬੀ ਰਚਨਾ ਹਨ। ਅਧਿਕਾਰ ਪੂਰਵ ਸਿਵਲ ਸਮਾਜ ਤੋਂ ਆਏ ਸਨ। ਰਾਜੇ ਦੁਆਰਾ ਅਧਿਕਾਰ ਦਿੱਤੇ ਗਏ ਸਨ। ਸੰਵਿਧਾਨ ਦੁਆਰਾ ਅਧਿਕਾਰ ਦਿੱਤੇ ਗਏ ਹਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਅਧਿਕਾਰ ਪੂਰਵ ਸਿਵਲ ਸਮਾਜ ਤੋਂ ਆਏ ਸਨ। ਹੇਠ ਲਿਖੇ ਵਿੱਚੋਂ ਕੌਣ ਕੁਦਰਤੀ ਅਸਮਾਨਤਾ ਦੇ ਸਿਧਾਂਤ ਦਾ ਸਮਰਥਨ ਕਰਦਾ ਹੈ? ਪੋਲੀਬੀਅਸ, ਸੀਸੋਰੋ, ਰੂਸੋ, ਪਲੇਟੋ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਪਲੇਟੋ। ਸਕਾਰਾਤਮਕ ਆਜ਼ਾਦੀ ਦਾ ਵਿਚਾਰ ਸਭ ਤੋਂ ਪਹਿਲਾਂ ਇਸ ਦੁਆਰਾ ਲਿਆ ਗਿਆ ਸੀ? ਅਰਸਤੂ, ਹੀਗਲ, ਹਰਾ, ਲਾਸਕੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਹਰਾ। ਲੋਕਤੰਤਰ ਵਿੱਚ ਸੰਸਦੀ ਸਰਕਾਰ ਦਾ ਕਿਹੜਾ ਸਿਧਾਂਤ ਨਹੀਂ ਹੈ? ਕਾਰਜਕਾਰੀ ਦੀ ਸਮੂਹਿਕ ਜ਼ਿੰਮੇਵਾਰੀ, ਨਿਸ਼ਚਿਤ ਕਾਰਜਕਾਲ, ਪ੍ਰਧਾਨ ਮੰਤਰੀ ਅੰਦਰ ਪ੍ਰਧਾਨ ਵਜੋਂ, ਲੋਕ ਮੌਲਿਕ ਅਧਿਕਾਰ ਦੀ ਨਿਆਇਕ ਗਰੰਟੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਨਿਸ਼ਚਿਤ ਕਾਰਜਕਾਲ। ਸਰਕਾਰ ਦੇ ਰਾਸ਼ਟਰਪਤੀ ਰੂਪ ਵਿੱਚ ਕਾਰਜਕਾਰੀ ਸ਼ਕਤੀਸ਼ਾਲੀ ਹੈ ਕਿਉਂਕਿ ਵਿਧਾਨ ਸਭਾ ਕਮਜ਼ੋਰ ਹੈ। ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਹ ਕਾਰਜਕਾਰ ਦੀ ਸਥਿਰਤਾ ਦਾ ਆਨੰਦ ਲੈਂਦਾ ਹੈ। ਮਹਾਦੋਸ਼ ਦੀ ਪ੍ਰਕਿਰਿਆ ਮੁਸ਼ਕਿਲ ਹੈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਇਹ ਕਾਰਜਕਾਲ ਦੀ ਸਥਿਰਤਾ ਦਾ ਆਨੰਦ ਲੈਂਦਾ ਹੈ। ਸਰਕਾਰ ਦਾ ਰਾਸ਼ਟਰਪਤੀ ਰੂਪ ਇਸ ਸਿਧਾਂਤ 'ਤੇ ਆਧਾਰਿਤ ਹੈ। ਨਿਆਂਪਾਲਿਕਾ ਪ੍ਰਤੀ ਕਾਰਜਪਾਲਿਕਾ ਦੀ ਜਵਾਬਦੇਹੀ, ਕਾਰਜਕਰਨੀ ਦੀ ਸੁਤੰਤਰਤਾ, ਸ਼ਕਤੀਆਂ ਦਾ ਵੱਖ ਹੋਣਾ, ਵਿਧਾਨ ਮੰਡਲ ਦੀ ਪ੍ਰਭੂਸੱਤਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਕਾਰਜਕਰਨੀ ਦੀ ਸੁਤੰਤਰਤਾ। ਨਿਮਨਲਿਖਤ ਵਿੱਚੋਂ ਕਿਸ ਇੱਕ ਚਿੰਤਕ ਨੇ ਵਿਗਿਆਨਿਕ ਸੱਚਾਈ ਦੇ ਮਾਪਦੰਡ ਵਜੋਂ ਝੂਠੇਪਨ ਦੇ ਮਾਪਦੰਡ ਦਾ ਪ੍ਰਸਤਾਵ ਕੀਤਾ? ਲੈਵੀ-ਸਟ੍ਰਾਂਗ, ਮੈਕਸ ਵੇਬਰ, ਕਾਰਲ ਪੋਪਲ, ਕਾਰਲ ਮਾਰਕਸ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਕਾਰਲ ਪੋਪਰ। ਅਰਸਤੂ ਲਈ ਰਾਜ ਦਾ ਸੰਚਾਲਨ ਇੱਕ ਰਾਜਨੀਤਿਕ ਰਾਜਨੇਤਾ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਹੇਠ ਲਿਖਿਆਂ ਵਿੱਚੋਂ ਇੱਕ ਗੁਣ ਹੈ? ਕਾਰਨ, ਗਿਆਨ, ਸਮਝਦਾਰੀ, ਦੌਲਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸਮਝਦਾਰੀ। ਨਿਮਨਲਿਖਤ ਵਿੱਚੋਂ ਕਿਸ ਨੇ ਪਾਵਰ ਕਲੀਨ ਸ਼ਬਦ ਦੀ ਵਰਤੋਂ ਕੀਤੀ ਹੈ? ਰੋਬਰਟ ਡਾਲਹਲ, ਰਾਈਟ ਮਿਲਜ਼, ਕਾਰਲ ਮਾਰਕਸ, ਬੀ ਪੈਰੇਟੋ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਰਾਈਟ ਮਿਲਜ਼।
ਸਰਵ ਵਿਆਪਕ ਨਾਗਰਿਕਤਾ ਦੇ ਸੰਕਲਪ ਦੁਆਰਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਸੁਝਾਵ ਦਿੱਤਾ ਗਿਆ ਹੈ? ਸਾਰੇ ਵਿਅਕਤੀਆਂ ਲਈ ਇੱਕੋ ਜਿਹੇ ਅਧਿਕਾਰ, ਸਾਰੇ ਨਾਗਰਿਕਾਂ ਲਈ ਇੱਕੋ ਜਿਹੇ ਅਧਿਕਾਰ, ਘੱਟ ਗਿਣਤੀਆਂ ਲਈ ਕੁਝ ਵਿਸ਼ੇਸ਼ ਅਧਿਕਾਰਾਂ ਦੇ ਨਾਲ ਸਾਰਿਆਂ ਲਈ ਸਾਂਝੇ ਅਧਿਕਾਰ, ਵਿਸ਼ਵ ਵਿੱਚ ਸਿੰਗਲ ਨਾਗਰਿਕਤਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਵਿਸ਼ਵ ਵਿੱਚ ਸਿੰਗਲ ਨਾਗਰਿਕਤਾ। ਭਾਰਤ ਦੀ ਸੰਸਦ ਨੂੰ ਪ੍ਰਭੂਸੱਤਾ ਸੰਪੰਨ ਸੰਸਥਾ ਲਈ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸੰਵਿਧਾਨ ਦੁਆਰਾ ਕੇਂਦਰ ਨੂੰ ਸੌਂਪੇ ਗਏ ਵਿਸ਼ਿਆਂ 'ਤੇ ਹੀ ਕਾਨੂੰਨ ਬਣਾ ਸਕਦਾ ਹੈ। ਇਸ ਨੂੰ ਸੰਵਿਧਾਨ ਦੁਆਰਾ ਨਿਰਧਾਰਿਤ ਸੀਮਾਵਾਂ ਦੇ ਅੰਦਰ ਕੰਮ ਕਰਨਾ ਹੋਵੇਗਾ। ਸੁਪਰੀਮ ਕੋਰਟ ਸੰਸਦ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ਜੇਕਰ ਉਹ ਸੰਵਿਧਾਨ ਦੇ ਉਪਬੰਧਾਂ ਦੀ ਉਲੰਘਣਾ ਕਰਦੇ ਹਨ। ਉਪਰੋਕਤ ਸਾਰੇ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ। ਵਿੱਚ ਸੰਸਦ ਦੇ ਇੱਕ ਐਕਟ ਦੁਆਰਾ ਲੈਕਟਿਵ ਮਨੀਕੌਏ ਅਤੇ ਅਮੀਰ ਦੀਵੀ ਟਾਪੂਆਂ ਦਾ ਨਾਮ ਬਦਲ ਕੇ ਲਕਸ਼ਦੀਪ ਕਰ ਦਿੱਤਾ ਗਿਆ ਸੀ। 1970, 1971, 1972, 1973। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 1973। ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ। ਲੋਕ ਸਭਾ, ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ, ਵਿਧਾਨ ਪਰਿਸ਼ਦ ਦੇ ਚੁਣੇ ਗਏ ਮੈਂਬਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ। ਪੰਚਾਇਤ ਦੇ ਮੈਂਬਰ ਹਨ ਜ਼ਿਲ੍ਹਾ ਅਧਿਕਾਰੀ ਦੁਆਰਾ ਨਾਮਜ਼ਦ, ਸੰਬੰਧਿਤ ਖੇਤਰੀ ਹਲਕਿਆਂ ਦੇ ਵੋਟਰ, ਰਾਜ ਦੇ ਸਥਾਨਕ ਸਭੇ ਸ਼ਾਸਨ ਮੰਤਰੀ ਦੁਆਰਾ ਨਾਮਜ਼ਦ, ਬਲਾਕ ਵਿਕਾਸ ਸੰਸਥਾ ਵੱਲੋਂ ਨਾਮਜ਼ਦ ਕੀਤਾ ਗਿਆ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸੰਬੰਧਿਤ ਖੇਤਰੀ ਹਲਕਿਆਂ ਦੇ ਵੋਟਰ। ਚੋਣ ਪਟੀਸ਼ਨ 'ਤੇ ਫੈਸਲਾ ਕਰਨ ਦੀ ਸ਼ਕਤੀ ਦੇ ਕੋਲ ਹੈ ਸੰਸਦ, ਸੁਪਰੀਮ ਕੋਰਟ, ਉੱਚ ਅਦਾਲਤਾਂ, ਚੋਣ ਕਮਿਸ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਉੱਚ ਅਦਾਲਤਾਂ। ਭਾਰਤ ਦੀ ਸੰਸਦ ਬਾਕੀ ਸ਼ਕਤੀਆਂ ਦੀ ਵਰਤੋਂ ਕਰ ਸਕਦੀ ਹੈ ਹਰ ਸਮੇਂ, ਸਿਰਫ ਰਾਸ਼ਟਰੀ ਐਮਰਜੈਂਸੀ ਦੌਰਾਨ, ਰਾਸ਼ਟਰੀ ਐਮਰਜੈਂਸੀ ਦੇ ਨਾਲ ਨਾਲ ਸੰਵਿਧਾਨਿਕ ਐਮਰਜੈਂਸੀ ਦੇ ਨਾਲ ਨਾਲ ਕਿਸੇ ਰਾਜ ਵਿੱਚ ਵੀ। ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਹਰ ਸਮੇਂ। ਲੋਕ ਸਭਾ ਦੇ ਮੈਂਬਰ ਇੱਕ ਕਾਰਜਕਾਲ ਲਈ ਅਹੁਦਾ ਰੱਖਦੇ ਹਨ। 4 ਸਾਲ, 5 ਸਾਲ, 6 ਸਾਲ, 8 ਸਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 5 ਸਾਲ। ਸੰਸਦ ਕਈ ਤਰੀਕਿਆਂ ਨਾਲ ਮੰਤਰੀ ਮੰਡਲ ਅਸਲ ਕਾਰਜਕਾਰੀ ਉੱਤੇ ਨਿਯੰਤਰਣ ਦੀ ਵਰਤੋਂ ਕਰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕਾਰਜਕਾਰੀ ਉੱਤੇ ਨਿਯੰਤਰਣ ਦੀ ਵਿਧੀ ਵਜੋਂ ਗਲਤ ਸੂਚੀਬੱਧ ਕੀਤਾ ਗਿਆ ਹੈ? ਸਵਾਲ, ਪੂਰਕ ਸਵਾਲ, ਮੁਲਤਵੀ ਮੋਸ਼ਨ। ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਉਪਰੋਕਤ ਵਿੱਚੋਂ ਕੋਈ ਨਹੀਂ। ਸੁਪਰੀਮ ਕੋਰਟ ਅਤੇ ਜਾਂ ਹਾਈ ਕੋਰਟ ਦੁਆਰਾ ਪ੍ਰਾਰਥਨਾ ਅਤੇ ਜਾਰੀ ਕੀਤੀਆਂ ਜਾ ਸਕਣ ਵਾਲੀਆਂ ਰਿਟਾਂ ਦੀ ਗਿਣਤੀ ਹੈ 3, 4, 5, 6। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 5। ਲੋਕ ਸਭਾ ਦੀ ਚੋਣ ਲਈ
ਯੋਗਤਾ ਪੂਰੀ ਕਰਨ ਦੀ ਘੱਟੋ ਘੱਟ ਉਮਰ ਹੈ? 25 ਸਾਲ, 21 ਸਾਲ, 18 ਸਾਲ, 36 ਸਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ 25 ਸਾਲ। ਤਾਂ ਇਹ ਸਨ ਅੱਜ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਸਨ। ਮੈਂ ਆਸ਼ਾ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਕਿੱਦਾਂ ਰਹੀ ਕਲਾਸ ਮੈਨੂੰ ਜ਼ਰੂਰ ਕਮੈਂਟ ਕਰਿਓ। ਮੇਰੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅਤੇ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਬ ਲਈ ਸਤਿ ਸ੍ਰੀ ਅਕਾਲ।